ਕੀ ਕਾਰਨ ਹੋਇਆ ਪ੍ਰਸ਼ਾਸਨ ਵੱਲੋਂ ਅੱਜ ਕੋਈ ਵੀ ਫੋਨ ਕਾਲ ਵਗੈਰਾ ਜਾਂ ਕਿਸੇ ਵੱਲੋਂ ਆਈ ਤੁਹਾਨੂੰ? जी कोई भी नहीं आई जी। ਅੱਜ ਕਿਸੇ ਨੇ ਵੀ ਇਸ ਬਾਰੇ ਮੇਰਾ ਖਿਆਲ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਕਿ ਅੱਜ ਸ਼ਿਵ ਬਟਾਲਵੀ ਜੀ ਦਾ ਜਨਮ ਦਿਹਾੜਾ ਹੈ। ਪਿਛਲੇ ਸਾਲ ਉਹਨਾਂ ਨੂੰ ਪਤਾ ਸੀਗਾ? ਜੀ ਪਿਛਲੇ ਸਾਲ ਉਹਨਾਂ ਨੂੰ ਪਤਾ ਸੀਗਾ, ਲੇਕਿਨ ਇਹ ਪੋਲਿਟਿਕਸ ਆ, ਇਹਦੇ ਬਾਰੇ ਅਸੀਂ ਕੁਝ ਕਹਿ ਹੀ ਨਹੀਂ ਸਕਦੇ। ਇਹ ਤੇ ਉਹਨਾਂ ਦੀ ਆਪਣੀ ਸੋਚ ਆ ਜੀ। ਇਹ ਮਹਾਨ ਕਵੀ ਇੱਕ ਸਾਲ ਯਾਦ ਕਰਨਾ, ਦੂਜੇ ਸਾਲ ਯਾਦ ਨਹੀਂ ਕਰਨਾ, ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ ਸਵਾਲ ਖੜਾ ਹੁੰਦਾ ਹੀ ਹੈ ਵੀ ਪ੍ਰਸ਼ਾਸਨ ਕੀ ਗੱਲ ਨੇ ਮਹਾਨ ਕਵੀ ਦੇਸ਼ਾਂ ਵਿਦੇਸ਼ਾਂ ਵਿੱਚ ਜਿਨ੍ਹਾਂ ਦਾ ਗੀਤਾਂ ਸੰਗੀਤਾਂ ਦਾ ਡੰਕਾ ਵੱਜਦਾ ਹੈ, ਲੋਕੀ ਬਹੁਤ ਪਿਆਰ ਕਰਦੇ ਨੇ, ਅਜੇ ਵੀ ਪਿਆਰ ਕਰਦੇ ਨੇ, ਤੇ ਪ੍ਰਸ਼ਾਸਨ ਵੱਲੋਂ ਅਣਗਹਿਲਿਆ ਕੀਤਾ ਜਾ ਰਿਹਾ। ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਅੱਜ ਤੋਂ ਨਹੀਂ ਹੈ, ਪਿਛਲੇ 45 ਸਾਲ ਤੋਂ ਮੈਂ ਇਹੀ ਦੇਖਦਾ ਆ ਰਿਹਾ ਕਿ ਇੱਕ ਸਾਲ ਸੈਲੀਬ੍ਰੇਟ ਕੀਤਾ ਜਾਂਦਾ, ਫਿਰ 2-4 ਸਾਲ ਪ੍ਰਸ਼ਾਸਨ ਸੌ ਜਾਂਦਾ। ਇਹ ਸਾਡੇ ਸਿਸਟਮ 'ਚ ਹੀ ਕੋਈ ਖਾਮੀ ਹੈ, ਮੈਂ ਤਾਂ ਇਹੀ ਕਹਾਂਗਾ। ਅਸੀਂ ਸੋਚਿਆ ਸੀ ਪਹਿਲੇ ਵਰਗਾ ਘਰ ਹੋਏਗਾ, ਲੇਕਿਨ ਰੈਨੋਵੇਟ ਕੀਤਾ ਗਿਆ, ਘਰ ਨੂੰ ਦੁਬਾਰਾ ਬਣਾਇਆ ਗਿਆ, ਲੇਕਿਨ ਪਹਿਲਾਂ ਵਰਗਾ ਕਿਉਂ ਨਹੀਂ ਮਤਲਬ ਸੰਭਾਲ ਕੇ ਰੱਖਿਆ। ਇਹ ਪੁਰਾਣਾ ਸੀਗਾ, ਜਦੋਂ ਬਜ਼ੁਰਗ ਪਾਕਿਸਤਾਨ ਤੋਂ ਆਏ ਨੇ ਸਾਡੇ ਦਾਦਾ ਜੀ ਜਾਂ ਮੇਰੇ ਫਾਦਰ ਸਾਹਿਬ ਔਰ ਸ਼ਿਵ ਬਟਾਲਵੀ ਜੀ, ਤੇ ਇਹ ਘਰ ਉਦੋਂ ਦਾ ਐਜ਼ ਇਟ ਇਜ਼ ਸੀਗਾ, ਲੇਕਿਨ ਕੋਈ 10 ਕੁ ਸਾਲ ਪਹਿਲੇ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਔਰ ਇੱਥੇ ਜਾਨ ਮਾਲ ਦਾ ਹਰਜ ਦਾ ਕਾਫੀ ਜ਼ਿਆਦਾ ਅੰਦੇਸ਼ਾ ਸੀ, ਜਿਸ ਵਜ੍ਹਾ ਨਾਲ ਸਾਨੂੰ ਇਹਨੂੰ ਮਜਬੂਰੀ 'ਚ ਰੈਨੋਵੇਟ ਕਰਨਾ ਪਿਆ। ਲੇਕਿਨ ਬਣਾਇਆ ਤੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ 'ਚ ਬਣਾਇਆ ਸੀਗਾ, ਕਾਫੀ ਚਿਰ ਪਹਿਲਾਂ ਬਣਦਾ ਰਿਹਾ। ਕਈ ਜਿਹੜੇ ਆਗੂ ਆਏ ਨੇ ਜਾਂ ਨੇਤਾ MLA ਆਏ ਨੇ, ਉਹਨਾਂ ਨੇ ਉਦਘਾਟਨ ਵੀ 3-4 ਵਾਰੀ ਕੀਤਾ ਗਿਆ, ਉਸ ਤੋਂ ਬਾਅਦ ਹੀ ਇਹ ਬਣ ਕੇ ਤਿਆਰ। ਇਹਨੂੰ ਤੇ 45-46 ਸਾਲ ਲੱਗ ਗਏ ਜੀ ਕੰਪਲੀਟ ਹੀ ਹੁੰਦੇ ਆ, ਜਦਕਿ ਇਹਨੂੰ ਤੇ 2-3 ਸਾਲ ਜਾਂ 5 ਸਾਲ 'ਚ ਹੀ ਕੰਪਲੀਟ ਹੋ ਜਾਣਾ ਚਾਹੀਦਾ ਸੀਗਾ। ਐਸੀ ਗੱਲ ਨਹੀਂ ਹੈ, ਫੰਡਸ ਵੀ ਆਏ ਆ, ਲੇਕਿਨ ਯੂਟਿਲਾਈਜ਼ ਹੋਏ ਜਾਂ ਨਹੀਂ ਹੋਏ, ਇਹਦੇ 'ਚ ਪਰਿਵਾਰਕ ਤੌਰ 'ਤੇ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਇਹ ਤੇ ਸਾਰੀ ਇੱਕ ਪੋਲਿਟਿਕਸ ਆ, ਇਹ ਉਹੀ ਲੋਕੀ ਦੱਸ ਸਕਦੇ ਆ। ਬਿਰਹਾ ਦੇ ਸੁਲਤਾਨ ਕਿਹਾ ਜਾਣ ਵਾਲੇ ਸ਼ਿਵ ਕੁਮਾਰ ਬਟਾਲਵੀ ਜੀ, ਸ਼ਿਵ ਕੁਮਾਰ ਬਟਾਲਵੀ ਜੋ ਇੱਕ ਬਟਾਲੇ ਵਿੱਚੋਂ ਮਹਾਨ ਕਵੀ ਹੋਏ ਨੇ, ਅੱਜ ਦੇਸ਼ ਵਿਦੇਸ਼ ਦੀ ਧਰਤੀ ਤੇ ਉਹਨਾਂ ਦੇ ਕਵੀਆਂ ਦੇ ਗੀਤ ਗਾਏ ਜਾ ਰਹੇ ਨੇ। ਅੱਜ 23 ਜੁਲਾਈ ਨੂੰ ਉਹਨਾਂ ਦਾ ਜਨਮ ਦਿਨ ਹੈ, ਸੋ ਅਸੀਂ ਅੱਜ ਪਹੁੰਚੇ ਹਾਂ ਬਟਾਲੇ ਉਹਨਾਂ ਦੇ ਘਰ ਵਿਖੇ, ਸ਼ਿਵ ਕੁਮਾਰ ਬਟਾਲਵੀ ਦੇ। ਜੀ ਹਾਂ, ਕਈਆਂ ਲੋਕਾਂ ਨੂੰ ਤੇ ਸ਼ਿਵ ਕੁਮਾਰ ਬਟਾਲਵੀ ਦੇ ਬਾਰੇ ਪਤਾ ਨਹੀਂ ਹੋਏਗਾ, ਕਿਉਂਕਿ ਕਈਆਂ ਨੂੰ ਜਿਹੜੇ ਸ਼ਿਵ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਤਾ ਵੀ ਸ਼ਿਵ ਨੇ ਕੀ ਲਿਖਿਆ ਤੇ ਕੀ ਗਾਇਆ। ਸੋ ਅੱਜ ਪਹੁੰਚਿਆ ਉਹਨਾਂ ਦੇ ਘਰ ਵਿਖੇ ਬਟਾਲੇ ਵਿੱਚ, ਦਾਰਾ ਸਲਾਮ ਵਿੱਚ। ਸ਼ਿਵ ਕੁਮਾਰ ਬਟਾਲਵੀ ਦੇ ਘਰ 'ਚ ਤਸਵੀਰਾਂ ਨੇ, ਲੇਕਿਨ ਇਹ ਘਰ ਦੀਆਂ ਉਹ ਤਸਵੀਰਾਂ ਨਹੀਂ ਹਨ ਜੋ ਅਸਲ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਪਹਿਲਾਂ ਜੋ ਸ਼ਿਵ ਕੁਮਾਰ ਬਟਾਲਵੀ ਇੱਥੇ ਰਹਿੰਦੇ ਸਨ ਤੇ ਉਹਨਾਂ ਦਾ ਘਰ ਪੁਰਾਣਾ ਸੀਗਾ, ਜੋ ਕਿ ਪਹਿਲਾਂ ਜ਼ਮਾਨੇ ਵਿੱਚ ਹੁੰਦਾ, ਪਰ ਇਹ ਹੁਣ ਰੈਨੋਵੇਟ ਹੋ ਕੇ ਉਹਨਾਂ ਨੇ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ, ਭਤੀਜੇ ਲੱਗਦੇ ਨੇ, ਉਹਨਾਂ ਨੇ ਰੈਨੋਵੇਟ ਕਰਕੇ ਤੇ ਤਿਆਰ ਕੀਤਾ। ਸੋ ਤਸਵੀਰਾਂ ਸ਼ਿਵ ਕੁਮਾਰ ਬਟਾਲਵੀ ਦੀਆਂ ਤੁਸੀਂ ਦੇਖ ਸਕਦੇ ਹੋ। ਅੱਜ ਉਹਨਾਂ ਦਾ ਜਨਮ ਦਿਨ, ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ। ਗੱਲ ਵੀ ਕਰਾਂਗੇ ਉਹਨਾਂ ਨਾਲ, ਉਹਨਾਂ ਦੇ ਭਤੀਜੇ ਜੀ ਨਾਲ, ਜੋ ਕਿ ਇੱਥੇ ਰਹਿੰਦੇ ਨੇ, ਕਿ ਅੱਜ ਜਨਮ ਦਿਨ ਮੌਕੇ ਉਹਨਾਂ ਦੇ ਕਿੰਨੇ ਘਰ ਆਏ ਨੇ, ਕਿੱਥੋਂ ਫੋਨ ਆਏ ਨੇ, ਪ੍ਰਸ਼ਾਸਨ ਵੱਲੋਂ ਕੀ ਕਾਰਗੁਜ਼ਾਰੀ ਹੋ ਰਹੀ ਹੈ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਕੀ ਨਾਮ ਸਰ ਜੀ ਆਪਣਾ? ਮੇਰਾ ਜੀ ਰਜੀਵ ਬਟਾਲਵੀ। ਰਜੀਵ ਬਟਾਲ ਜੀ, ਅੱਜ ਸ਼ਿਵ ਕੁਮਾਰ ਬਟਾਲਵੀ ਜੀ ਦਾ ਜਨਮ ਦਿਨ ਹੈ, ਕਿੰਨਾ ਕੁ ਸ਼ਰਧਾ ਨਾਲ ਮਨਾਇਆ ਜਾ ਰਿਹਾ? ਜੀ ਪਰਸਨਲੀ ਫੈਮਿਲੀ ਦੇ ਤੌਰ 'ਤੇ ਅਸੀਂ ਸਵੇਰੇ ਹੀ ਸ਼ਿਵ ਬਟਾਲਵੀ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਤੀ ਸੀਗੀ, ਲੇਕਿਨ ਬਾਕੀ ਪ੍ਰਸ਼ਾਸਨਿਕ ਤੌਰ 'ਤੇ ਜਾਂ ਕਿਸੇ ਸੰਸਥਾ ਵੱਲੋਂ ਕੋਈ ਵੀ ਨਹੀਂ ਮਨਾਇਆ ਗਿਆ, ਅੱਜ ਉਹਨਾਂ ਦਾ ਜਨਮ ਦਿਹਾੜਾ ਨਹੀਂ ਮਨਾਇਆ ਗਿਆ। ਕੀ ਕਾਰਨ ਹੋਇਆ ਪ੍ਰਸ਼ਾਸਨ ਵੱਲੋਂ ਅੱਜ ਕੋਈ ਵੀ ਫੋਨ ਕਾਲ ਵਗੈਰਾ ਜਾਂ ਕਿਸੇ ਵੱਲੋਂ ਆਈ ਤੁਹਾਨੂੰ? ਜੀ ਕੋਈ ਵੀ ਨਹੀਂ ਆਈ ਜੀ। ਅੱਜ ਕਿਸੇ ਨੇ ਵੀ ਇਸ ਬਾਰੇ ਮੇਰਾ ਖਿਆਲ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਕਿ ਅੱਜ ਸ਼ਿਵ ਬਟਾਲਵੀ ਜੀ ਦਾ ਜਨਮ ਦਿਹਾੜਾ ਹੈ। ਪਿਛਲੇ ਸਾਲ ਉਹਨਾਂ ਨੂੰ ਪਤਾ ਸੀਗਾ? ਜੀ ਪਿਛਲੇ ਸਾਲ ਉਹਨਾਂ ਨੂੰ ਪਤਾ ਸੀਗਾ, ਲੇਕਿਨ ਇਹ ਪੋਲਿਟਿਕਸ ਆ, ਇਹਦੇ ਬਾਰੇ ਅਸੀਂ ਕੁਝ ਕਹਿ ਹੀ ਨਹੀਂ ਸਕਦੇ। ਇਹ ਤੇ ਉਹਨਾਂ ਦੀ ਆਪਣੀ ਸੋਚ ਆ ਜੀ। ਇਹ ਮਹਾਨ ਕਵੀ ਇੱਕ ਸਾਲ ਯਾਦ ਕਰਨਾ, ਦੂਜੇ ਸਾਲ ਯਾਦ ਨਹੀਂ ਕਰਨਾ, ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ
ਸਵਾਲ ਖੜਾ ਹੁੰਦਾ ਹੀ ਹੈ ਵੀ ਪ੍ਰਸ਼ਾਸਨ ਕੀ ਗੱਲ ਨੇ ਮਹਾਨ ਕਵੀ ਦੇਸ਼ਾਂ ਵਿਦੇਸ਼ਾਂ ਵਿੱਚ ਜਿਨ੍ਹਾਂ ਦਾ ਗੀਤਾਂ ਸੰਗੀਤਾਂ ਦਾ ਡੰਕਾ ਵੱਜਦਾ ਹੈ, ਲੋਕੀ ਬਹੁਤ ਪਿਆਰ ਕਰਦੇ ਨੇ, ਅਜੇ ਵੀ ਪਿਆਰ ਕਰਦੇ ਨੇ, ਤੇ ਪ੍ਰਸ਼ਾਸਨ ਵੱਲੋਂ ਅਣਗਹਿਲਿਆ ਕੀਤਾ ਜਾ ਰਿਹਾ। ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਅੱਜ ਤੋਂ ਨਹੀਂ ਹੈ, ਪਿਛਲੇ 45 ਸਾਲ ਤੋਂ ਮੈਂ ਇਹੀ ਦੇਖਦਾ ਆ ਰਿਹਾ ਕਿ ਇੱਕ ਸਾਲ ਸੈਲੀਬ੍ਰੇਟ ਕੀਤਾ ਜਾਂਦਾ, ਫਿਰ 2-4 ਸਾਲ ਪ੍ਰਸ਼ਾਸਨ ਸੌ ਜਾਂਦਾ। ਇਹ ਸਾਡੇ ਸਿਸਟਮ 'ਚ ਹੀ ਕੋਈ ਖਾਮੀ ਹੈ, ਮੈਂ ਤਾਂ ਇਹੀ ਕਹਾਂਗਾ। ਅਸੀਂ ਆਏ ਸੀ ਅੱਜ ਉਹਨਾਂ ਦੇ ਘਰ, ਤੇ ਹੁਣ ਘਰ ਵੇਖ ਕੇ ਅਸੀਂ ਸੋਚਿਆ ਸੀ ਪਹਿਲੇ ਵਰਗਾ ਘਰ ਹੋਏਗਾ, ਲੇਕਿਨ ਰੈਨੋਵੇਟ ਕੀਤਾ ਗਿਆ, ਘਰ ਨੂੰ ਦੁਬਾਰਾ ਬਣਾਇਆ ਗਿਆ, ਲੇਕਿਨ ਪਹਿਲਾਂ ਵਰਗਾ ਕਿਉਂ ਨਹੀਂ ਮਤਲਬ ਉਹ ਸੰਭਾਲ ਕੇ ਰੱਖਿਆ ਪ੍ਰਸ਼ਾਸਨ ਵੱਲੋਂ? ਤੁਹਾਨੂੰ ਕਿਹਾ ਗਿਆ, ਤੁਸੀਂ ਕਿਹਾ ਸੀ? ਜੀ ਸਾਡੀ ਇਹ ਮਜਬੂਰੀ ਸੀ ਕਿ ਇਹਨੂੰ ਅਸੀਂ ਰੈਨੋਵੇਟ ਕੀਤਾ, ਕਿਉਂਕਿ ਇਹ ਪੁਰਾਣਾ ਸੀਗਾ। ਜਦੋਂ ਬਜ਼ੁਰਗ ਪਾਕਿਸਤਾਨ ਤੋਂ ਆਏ ਨੇ ਸਾਡੇ ਦਾਦਾ ਜੀ ਜਾਂ ਮੇਰੇ ਫਾਦਰ ਸਾਹਿਬ ਔਰ ਸ਼ਿਵ ਬਟਾਲਵੀ ਜੀ, ਤੇ ਇਹ ਘਰ ਉਦੋਂ ਦਾ ਐਜ਼ ਇਟ ਇਜ਼ ਸੀਗਾ, ਲੇਕਿਨ ਕੋਈ 10 ਕੁ ਸਾਲ ਪਹਿਲੇ ਦੀ ਹਾਲਤ ਕਾਫੀ ਜ਼ਿਆਦਾ ਖ਼ਰਾਬ ਹੋ ਚੁੱਕੀ ਸੀ ਔਰ ਇੱਥੇ ਜਾਨ ਮਾਲ ਦਾ ਹਰਜ ਦਾ ਕਾਫੀ ਜ਼ਿਆਦਾ ਅੰਦੇਸ਼ਾ ਸੀ, ਜਿਸ ਵਜ੍ਹਾ ਨਾਲ ਸਾਨੂੰ ਇਹਨੂੰ ਮਜਬੂਰੀ 'ਚ ਰੈਨੋਵੇਟ ਕਰਨਾ ਪਿਆ। ਬਾਕੀ ਗਵਰਨਮੈਂਟ ਨੂੰ ਤੱਕ ਸਾਡੀ ਅਪਰੋਚ ਤੇ ਨਹੀਂ ਇਸ ਮਾਮਲੇ 'ਚ ਸੀਗੀ ਸ਼ੁਰੂ ਤੋਂ ਹੀ, ਤੇ ਨਾ ਹੀ ਅਸੀਂ ਕਦੀ ਇਹਦੇ ਉਹਨਾਂ ਨੂੰ ਆਪ ਹੀ ਚਾਹੀਦਾ ਸੀ ਅਗਰ ਕਿਸੇ ਦੀ ਵਿਰਾਸਤ ਨੂੰ ਸੰਭਾਲਣਾ ਹੈ, ਚਾਹੇ ਉਹ ਸ਼ਹੀਦ ਦੀ ਵਿਰਾਸਤ ਹੈ, ਚਾਹੇ ਉਹ ਸ਼ਾਇਰ ਦੀ ਹੈ, ਇਹ ਗਵਰਨਮੈਂਟ ਦੀ ਡਿਊਟੀ ਆ, ਤੇ ਅਗਰ ਉਹ ਕਰਦੇ ਆ ਤੇ ਵੈਲ ਐਂਡ ਗੁੱਡ, ਨਹੀਂ ਤੇ ਅਸੀਂ ਤੇ ਆਪਣੇ ਆਪ ਨੂੰ ਬਚਾਉਣਾ ਹੀ ਸੀ। ਉਹੀ ਮੈਂ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਇਹੋ ਜਿਹੜੀ ਵਿਰਾਸਤ ਹੈ, ਜਿਹਨੇ ਪੁਰਾਣੇ ਜਿਹੜੇ ਹੈਗੇ ਨੇ ਸ਼ਾਇਰ ਸ਼ੂਰ ਆਪਣੇ ਫੌਜ ਦੇ ਹੋਏ ਜਾਂ ਹੋਰ ਪੀਰ ਪੈਗੰਬਰ ਹੋਏ, ਉਹਨਾਂ ਦੀ ਵਿਰਾਸਤਾਂ ਨੂੰ ਸੰਭਾਲਣਾ ਚਾਹੀਦਾ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੇਖ ਸਕੇ ਵੀ ਕਿ ਸਾਡੇ ਸ਼ਾਇਰ ਜਾਂ ਹੋਰ ਵੀ ਜਿਹੜੇ ਨੇ ਕਿਸ ਤਰ੍ਹਾਂ ਰਹਿੰਦੇ ਸੀ, ਕਿਹੜੇ ਘਰ 'ਚ ਰਹਿੰਦੇ ਸੀ, ਉਹਨਾਂ ਨੂੰ ਵੇਖ ਕੇ ਸਾਡੀ ਜਿਹੜੀ ਆ ਪੁਰਾਣੀ ਵਿਰਾਸਤ ਸਾਨੂੰ ਯਾਦ ਆ ਸਕੇ। ਬਿਲਕੁਲ, ਇਹ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਔਰ ਸਾਨੂੰ ਸ਼ਾਇਰਾਂ ਦਾ, ਸ਼ਹੀਦਾਂ ਦਾ ਸਨਮਾਨ ਕਰਨਾ ਚਾਹੀਦਾ। ਉਹਨਾਂ ਦੇ ਜਿੰਨੇ ਵੀ ਇਤਿਹਾਸਿਕ ਸਥਲ ਨੇ ਉਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਵੀ ਹੈ ਔਰ ਇਹ ਸਾਡੀ ਪੰਜਾਬੀ ਕਲਚਰ ਨੂੰ ਜਾਂ ਵਿਰਾਸਤ ਨੂੰ ਮਜ਼ਬੂਤ ਕਰੇਗੀ ਇਹ ਚੀਜ਼। ਮੇਰਾ ਤਾਂ ਇਹੋ ਹੀ ਮੈਸੇਜ ਹੈ ਗਵਰਨਮੈਂਟ ਨੂੰ ਕਿ ਕੋਸ਼ਿਸ਼ ਕਰੋ ਕਿ ਇਸ ਵਿਰਾਸਤ ਨੂੰ ਬਚਾ ਲਿਆ ਜਾਏ। ਨਹੀਂ ਬਚਾਇਆ, ਪ੍ਰਸ਼ਾਸਨ ਨੇ ਸੁਣ 'ਚ ਵੀ ਆਇਆ, ਵੇਖਣ 'ਚ ਵੀ ਆਇਆ ਵੀ ਸ਼ਿਵ ਕੁਮਾਰ ਦੇ ਨਾਂ 'ਤੇ ਸ਼ਿਵ ਕੁਮਾਰ ਐਡੀਟੋਰੀਅਮ ਜਿਹੜਾ ਖੋਲ੍ਹਿਆ ਗਿਆ ਸੀ। ਜੀ ਉਹ ਐਡੀਟੋਰੀਅਲ ਤੇ ਖੋਲ੍ਹਿਆ ਗਿਆ, ਲੇਕਿਨ ਉਹ ਵੀ ਇੱਕ ਤਾਲਾ ਲੱਗਾ ਹੋਇਆ ਉਹਨੂੰ, ਔਰ ਅਗਰ ਤੁਸੀਂ ਉੱਥੇ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨਾ ਤਾਂ ਉਹਦੀ ਤੁਹਾਨੂੰ ਇੱਕ ਫੀਸ ਪੇ ਕਰਨੀ ਪਏਗੀ, ਤੇ ਹਰ ਸੰਸਥਾ ਦੇ ਵੱਸ 'ਚ ਹੀ ਨਹੀਂ ਹੈਗਾ ਕਿ ਉਹ ਫੀਸ ਵੀ ਪੇ ਕਰੇ ਤੇ ਉੱਥੇ ਪ੍ਰੋਗਰਾਮ ਨੂੰ ਆਰਗੇਨਾਈਜ਼ ਵੀ ਕਰਾਏ। ਜਾਂ ਤਾਂ ਗਵਰਨਮੈਂਟ ਉਹਦੇ ਕੋਈ ਨੋਮੀਨਲ ਚਾਰजेस ਰੱਖਣ ਜਿਹਦੇ ਨਾਲ ਸਾਰਿਆਂ ਨੂੰ ਮੌਕਾ ਮਿਲੇ, ਤੇ ਉਹ ਅਜੇ ਤੱਕ ਤੇ ਕੋਈ ਇਹੋ ਜਿਹੀ ਚੀਜ਼ ਨਜ਼ਰ ਨਹੀਂ ਆਈ ਔਰ ਮੋਸਟਲੀ ਉੱਥੇ ਤਾਲਾ ਹੀ ਲੱਗਾ ਹੁੰਦਾ। ਲੇਕਿਨ ਬਣਾਇਆ ਤੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ 'ਚ ਬਣਾਇਆ ਸੀਗਾ, ਕਾਫੀ ਚਿਰ ਪਹਿਲਾਂ ਬਣਦਾ ਰਿਹਾ, ਕਈ ਜਿਹੜੇ ਆਗੂ ਆਏ ਨੇ ਜਾਂ ਨੇਤਾ ਐਮਐਲਏ ਆਏ ਨੇ ਉਹਨਾਂ ਨੇ ਉਦਘਾਟਨ ਵੀ 3-4 ਵਾਰੀ ਕੀਤਾ ਗਿਆ, ਉਸ ਤੋਂ ਬਾਅਦ ਹੀ ਇਹ ਬਣ ਕੇ ਤਿਆਰ ਹੋਇਆ। ਜੀ ਇਹਨੂੰ ਤੇ 45-46 ਸਾਲ ਲੱਗ ਗਏ ਜੀ ਕੰਪਲੀਟ ਹੀ ਹੁੰਦੇ ਆ, ਜਦ ਕਿ ਇਹਨੂੰ ਤੇ 2-3 ਸਾਲ ਜਾਂ 5 ਸਾਲ 'ਚ ਹੀ ਕੰਪਲੀਟ ਹੋ ਜਾਣਾ ਚਾਹੀਦਾ ਸੀਗਾ। ਲੇਕਿਨ ਐਸੀ ਗੱਲ ਨਹੀਂ ਹੈ, ਫੰਡਸ ਵੀ ਆਏ ਆ, ਲੇਕਿਨ ਯੂਟਿਲਾਈਜ਼ ਹੋਏ ਜਾਂ ਨਹੀਂ ਹੋਏ ਇਹਦੇ 'ਚ ਪਰਿਵਾਰਿਕ ਤੌਰ 'ਤੇ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਇਹ ਤੇ ਸਾਰੀ ਇੱਕ ਪੋਲੀਟਿਕਸ ਆ, ਇਹ ਉਹ ਹੀ ਲੋਕੀ ਦੱਸ ਸਕਦੇ ਆ ਕਿ ਕਿਉਂ ਨਹੀਂ ਇੰਨਾ ਟਾਈਮ ਇਹਨੂੰ ਲੱਗ ਗਿਆ, ਔਰ ਜੇ ਬਣਿਆ ਵੀ ਆ ਤੇ ਉਹਦਾ ਲੋਕਾਂ ਨੂੰ ਕੋਈ ਖਾਸ ਫਾਇਦਾ ਨਹੀਂ ਹੈ। ਜੋ ਤੁਸੀਂ ਫੰਡਸ ਦੀ ਗੱਲ ਕਰ ਰਹੇ ਹੋ ਜਾਂ ਇਹ ਤਾਲਾ ਲੱਗਾ ਹੋਇਆ, ਤੁਸੀਂ ਦੱਸਿਆ ਵੀ ਹੈ ਵੀ ਇਹ ਜਦੋਂ ਇੱਥੇ ਕੋਈ ਫੰਕਸ਼ਨ ਕਰਨਾ ਹੋਵੇ ਤਾਂ ਪਰਚੀ ਕੱਟਣੀ ਪੈਂਦੀ ਹੈ, ਲੇਕਿਨ ਪਰਚੀ ਵੀ ਕਾਫੀ ਮੋਟੀ ਕੱਟਣੀ ਪੈਂਦੀ ਹੈ, ਲੇਕਿਨ ਕਈ ਸੁਸਾਇਟੀਆਂ ਐਸੀਆਂ ਜਿਹੜੀਆਂ ਇੰਨੀਆਂ ਪੇ ਨਹੀਂ ਕਰ ਸਕਦੀਆਂ, ਤੇ ਉਹਨਾਂ ਬਾਰੇ ਕੀ ਕਹੋਗੇ ਵੀ ਉਹਨਾਂ ਨੂੰ ਪਰਚੀ ਘਟਾਉਣੀ ਚਾਹੀਦੀ ਹੈ? ਜੀ ਮੈਂ ਤਾਂ ਹੁਣੇ ਤੁਹਾਨੂੰ ਰਿਕੁਐਸਟ ਕੀਤੀ ਹੈ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਨੂੰ ਚਾਰजेस ਉਹਦੇ ਘਟਾਏ ਜਾਣ ਔਰ ਇੱਕ ਨੋਮੀਨਲ ਜਿਹਾ ਚਾਰजेस ਰੱਖੋ ਕਿ ਜਿਹੜੇ ਸਾਰੇ ਪੇ ਵੀ ਕਰ ਸਕਣ, ਕਿਉਂਕਿ ਦੇਖੋ ਇਹ ਚੀਜ਼ਾਂ ਸਾਰੇ ਦੀ ਵਿਰਾਸਤ ਸਾਂਝੀ ਹੁੰਦੀ ਹੈ, ਚਾਹੇ ਉਹ ਉਹਦੇ 'ਚ ਵੀ ਅਗਰ ਪੈਸਾ ਕਾਊਂਟ ਕਰੇਗਾ ਤੇ ਇਹ ਤਾਂ ਫਿਰ ਇੱਕ ਪ੍ਰੋਬਲਮ ਹੀ ਆ। ਤੇ ਫਿਰ ਇਹਦਾ ਮਤਲਬ ਹੈ ਕਿ ਮਾੜੀ ਸੰਸਥਾ, ਮਾੜੀ ਸੁਸਾਇਟੀ ਜਾਂ ਕੋਈ ਗਰੀਬ ਜਿਹੜਾ ਉਹਦੇ ਕੋਈ ਇਖਤਿਆਰ ਹੀ ਨਹੀਂ ਰਹੇਗੀ ਇਹ ਚੀਜ਼, ਤੇ ਉਹਦਾ ਤੇ ਸਾਨੂੰ ਫਾਇਦੇ ਦੀ ਬਜਾਏ ਨੁਕਸਾਨ ਹੀ ਹੋਏਗਾ। ਤੁਹਾਡੇ ਵੱਲੋਂ ਪਿਛਲੇ ਸਾਲ ਇੱਕ ਸੰਸਥਾ ਖੋਲ੍ਹੀ ਗਈ ਸ਼ਿਵ ਕੁਮਾਰ ਬਟਾਲਵੀ ਦੇ ਨਾਂ 'ਤੇ ਖੋਜ ਕੇਂਦਰ ਦੇ, ਕੀ ਕਾਰਨ ਬਣੇ ਵੀ ਤੁਹਾਨੂੰ ਸਾਹਮਣੇ ਆਉਣਾ ਪਿਆ ਸੰਸਥਾ ਖੋਲ੍ਹਣ ਵਾਸਤੇ? ਜੀ ਉਹਦਾ ਇੱਕ ਰੀਜ਼ਨ ਹੈ, ਦੇਖੋ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਣੇ ਜਿੰਨੇ ਵੀ, ਚਲੋ ਜ਼ਿਆਦਾ ਤੇ ਨਹੀਂ, ਆਪਣੇ ਡਿਸਟ੍ਰਿਕਟ ਦੇ ਜਿੰਨੇ ਸ਼ਾਇਰ ਆ ਉਹਨਾਂ ਨੂੰ ਲਾਈਮਲਾਈਟ 'ਚ ਲਿਆਂਦਾ ਜਾਏ। ਇਸ ਸੰਸਥਾ ਦਾ ਇੱਕ ਇਹ ਉਦੇਸ਼ ਸੀਗਾ। ਜਦੋਂ ਉਹਨਾਂ ਨੇ ਇਹ ਪ੍ਰਪੋਜ਼ਲ ਸਾਡੇ ਅੱਗੇ ਰੱਖੀ ਤਾਂ ਸਾਨੂੰ ਇਹ ਚੀਜ਼ ਪਸੰਦ ਆਈ ਹੈ ਕਿ ਦੇਖੋ ਅਗਰ ਬਟਾਲਵੀ ਸਾਹਿਬ ਤੱਕ ਹੀ ਸੀਮਿਤ ਨਾ ਰਹਿ ਜਾਏ ਜਾਂ ਇੱਥੋਂ ਤੱਕ ਹੀ ਲਿਮਟਿਡ ਨਾ ਰਹਿ ਜਾਏ ਸਾਡੀ ਪੋਇਟਰੀ, ਅੱਗੇ ਅਗਰ ਸ਼ਾਇਰਾਂ ਨੂੰ ਮੌਕਾ ਮਿਲੇਗਾ, ਨਵੇਂ ਯੰਗ ਸ਼ਾਇਰ ਅੱਗੇ ਆਉਣਗੇ ਤੇ ਬਾਕੀਆਂ 'ਚ ਵੀ ਇੰਟਰਸਟ ਪੈਦਾ ਹੋਏਗਾ ਕਿ ਅਸੀਂ ਅੱਗੇ ਆਈਏ। ਔਰ ਇਸ ਸੰਸਥਾ ਦਾ ਇੱਕ ਮੰਤਵ ਹੈ ਕਿ ਉਹਨਾਂ ਸ਼ਾਇਰਾਂ ਦੀ ਪੋਇਟਰੀ ਅਗਰ ਉਹ ਫਾਈਨੈਂਸ਼ੀਅਲੀ ਵੀਕ ਨੇ ਤਾਂ ਉਹਨਾਂ ਦੀ ਸਪੋਰਟ ਕਰਕੇ ਉਹਨੂੰ ਪਬਲਿਸ਼ ਕਰਵਾਇਆ ਜਾਏ ਔਰ ਅੱਛੇ ਸ਼ਾਇਰਾਂ ਨੂੰ ਅੱਗੇ ਲਿਆਂਦਾ ਜਾਏ। ਇਹ ਚੀਜ਼ ਸਾਨੂੰ ਪਸੰਦ ਆਈ, ਇਸ ਲਈ ਅਸੀਂ ਉਹਦੇ 'ਚ ਇਨਵੋਲਵਮੈਂਟ ਵੀ ਦਿਖਾਈ ਆ
ਔਰ ਕੋਸ਼ਿਸ਼ ਕਰਾਂਗੇ ਕਿ ਇਸ ਸੰਸਥਾ ਦੀ ਤਰੱਕੀ ਹੋਵੇ। ਬਟਾਲੀ ਸਾਹਿਬ, ਇਹ ਕਈ ਸੰਸਥਾ ਵੀ ਆਈਆਂ ਨੇ, ਬੰਦ ਹੋ ਗਈਆਂ ਨੇ, ਸ਼ਿਵ ਕੁਮਾਰ ਬਟਾਲਵੀ ਦੇ ਨਾਂ ਤੇ ਸੰਸਥਾ ਆਈਆਂ ਵੀ ਹੈਗੀਆਂ ਨੇ, ਤੇ ਉਹ ਜ਼ਿਆਦਾਤਰ ਗਾਂਹ ਨਹੀਂ ਵਧੀਆ ਗਈਆਂ, ਉਹਦਾ ਕੀ ਕਾਰਨ? ਉਹਦਾ ਰੀਜ਼ਨ ਇਹੀ ਹੈ ਕਿ ਠੀਕ ਹੈ, ਉਹ ਬਣਾ ਤੇ ਜ਼ਰੂਰ ਲੈਂਦੇ ਆ ਸੰਸਥਾ, ਲੇਕਿਨ ਜਦੋਂ ਸਾਡੇ ਨਿੱਜੀ ਹਿੱਤ ਕਿਸੇ ਚੀਜ਼ ਨਾਲ ਜੁੜ ਜਾਂਦੇ ਆ ਨਾ, ਤਾਂ ਫਿਰ ਉਹ ਚੀਜ਼ ਤਰੱਕੀ ਨਹੀਂ ਕਰਦੀ। ਅਗਰ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਤੁਰੀਏ, ਸਾਰੇ ਸਮਾਜ ਦਾ, ਜਾਂ ਅਗਰ ਬਟਾਲਵੀ ਸਾਹਿਬ ਦੇ ਨਾਂ ਤੇ ਸੰਸਥਾ, ਉਹਦੇ 'ਚ ਬਾਕੀਆਂ ਦਾ ਵੀ ਅਗਰ ਪੋਇਟਸ ਨੂੰ ਵੀ ਸਪੋਰਟ ਕੀਤਾ ਜਾਏ ਤਾਂ ਹੀ ਉਹ ਸੰਸਥਾ ਤਰੱਕੀ ਕਰੇਗੀ। ਲੇਕਿਨ ਜੇ ਅਸੀਂ ਕਹਾਂਗੇ ਕਿ ਨਹੀਂ, ਆਪਣੇ ਸੈਲਫ ਇੰਟਰਸਟ ਨੂੰ ਮੁੱਖ ਰੱਖ ਕੇ ਕੋਈ ਕੰਮ ਕਰਾਂਗੇ, ਤੇ ਉਹ ਕਦੀ ਵੀ ਕਾਮਯਾਬ ਨਹੀਂ ਹੋਏਗਾ। ਉਹ ਥੋੜੀ ਦੇਰ ਤੋਂ ਬਾਅਦ ਆਪਣੇ ਆਪ ਆਟੋਮੈਟਿਕਲੀ ਖਤਮ ਹੋ ਜਾਏਗੀ ਉਹ ਸੰਸਥਾ, ਔਰ ਜ਼ਿਆਦਾਤਰ ਇਦਾਂ ਦੀਆਂ ਹੀ ਬਣੀਆਂ। ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ, ਤੇ ਗੱਲ ਕਰੀਏ ਤੇ ਸ਼ਿਵ ਕੁਮਾਰ ਬਟਾਲਵੀ ਜੀ ਸੁਣਨ ਚ ਆਇਆ ਵੀ ਜਿਵੇਂ ਆਪਾਂ ਜਵਾਨੀ ਵੇਲੇ ਕਵਿਤਾ ਵੀ ਲਿਖਦੇ ਹੁੰਦੇ ਸੀ, ਤੇ ਬਹੁਤ ਜ਼ਿਆਦਾ ਦਾਰੂ ਵੀ ਪੀਂਦੇ ਹੁੰਦੇ ਸੀ, ਦਾਰੂ ਪੀ ਕੇ ਕਵਿਤਾ ਲਿਖਦੇ ਸੀ। ਕਿੰਨਾ ਕੁ ਸੱਚਾਈ ਇਹ 'ਚ? ਨਹੀਂ, ਠੀਕ ਹੈ, ਬਟਾਲਵੀ ਸਾਹਿਬ ਸ਼ਰਾਬ ਦੇ ਸ਼ੌਕੀਨ ਸੀਗੇ, ਉਹ ਸ਼ਰਾਬ ਪੀਂਦੇ ਸੀਗੇ। ਮੈਂ ਜਿੱਥੋਂ ਤੱਕ ਮਹਿਸੂਸ ਕੀਤਾ ਕਿ ਉਹ ਡਰਿੰਕ ਕਰਨ ਦਾ ਉਹਨਾਂ ਦਾ ਇੱਕੋ ਹੀ ਰੀਜ਼ਨ ਸੀ ਕਿ ਉਹ ਆਪਣੀ ਕੰਸਨਟ੍ਰੇਸ਼ਨ ਨੂੰ ਬਣਾ ਕੇ ਰੱਖਦੇ ਸੀ, ਕਿਉਂਕਿ ਉਹਨਾਂ ਦਾ ਇੱਕੋ ਹੀ ਸੀਗਾ ਕਿ ਜਦੋਂ ਉਹਨਾਂ ਨੇ ਪੋਇਟਰੀ ਬਾਰੇ ਸੋਚਣਾ ਨਾ, ਫਿਰ ਉਹਨਾਂ ਨੂੰ ਡਿਸਟਰਬੈਂਸ ਨੂੰ ਉਹ ਜ਼ਿਆਦਾ ਮਤਲਬ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੁੰਦੀ। ਈਵਨ ਕਿ ਇਸ ਘਰ 'ਚ ਵੀ ਜਦੋਂ ਉਹਨਾਂ ਨੇ ਪੋਇਟਰੀ ਲਿਖੀ ਆ, ਉੱਪਰ ਇੱਕ ਚੁਬਾਰਾ ਸੀਗਾ, ਉੱਥੇ ਉਹ ਇਕੱਲੇ ਹੀ ਬੈਠ ਕੇ ਰਾਤ ਨੂੰ ਤਕਰੀਬਨ 12 ਵਜੇ ਤੋਂ ਬਾਅਦ ਪੋਇਟਰੀ ਲਿਖਦੇ ਸੀ। ਉਹਦਾ ਰੀਜ਼ਨ ਸੀ ਕਿ ਸ਼ੋਰ ਸ਼ਰਾਬੇ ਤੋਂ ਵੱਖ ਹੋ ਕੇ, ਆਪਣੇ ਆਪ 'ਚ ਮਗਨ ਹੋ ਕੇ ਜਾਂ ਮਸਤ ਹੋ ਕੇ ਹੀ ਉਹ ਲਿਖਦੇ ਸੀ ਆਪਣੀ ਪੋਇਟਰੀ ਨੂੰ, ਅਤੇ ਉਸ ਵਜ੍ਹਾ ਨਾਲ ਉਹ ਸ਼ਰਾਬ ਦੇ ਨਾਲ ਅਟੈਚ ਸੀਗੇ। ਅਤੇ ਜੇ ਉਹ ਅਗਰ ਇਸ ਚੀਜ਼ ਤੋਂ ਥੋੜ੍ਹਾ ਦੂਰ ਹੁੰਦੇ ਤਾਂ ਅੱਜ ਸ਼ਾਇਦ ਸਾਡੇ ਵਿੱਚ ਬੈਠੇ ਹੁੰਦੇ। ਸੁਣਨ 'ਚ ਬਟਾਲੀ ਸਾਹਿਬ ਇਹ ਵੀ ਆਇਆ ਵੀ ਸ਼ਿਵ ਕੁਮਾਰ ਬਟਾਲਵੀ ਜਦੋਂ ਪੋਇਟਰੀ ਲਿਖਣ ਲੱਗੇ, ਕਵਿਤਾ ਵੀ ਲਿਖਣ ਲੱਗੇ, ਕੋਈ ਇਹਨਾਂ ਨੂੰ ਡੂੰਘੀ ਸੱਟ ਦਿਲ 'ਤੇ ਵੱਜੀ ਸੀ, ਅਤੇ ਫਿਰ ਹੀ ਉਸ ਤੋਂ ਬਾਅਦ ਇਹਨਾਂ ਨੇ ਲਿਖੀਆਂ ਸੀ। ਦੇਖੋ ਜੀ, ਕੋਈ ਵੀ ਬੰਦਾ ਕਿਸੇ ਸੱਟ ਨਾਲ ਪੋਇਟ ਨਹੀਂ ਹੁੰਦਾ। ਪੋਇਟ ਇੱਕ ਪੈਦਾਇਸ਼ੀ ਔਰ ਨੈਚੁਰਲ ਹੁੰਦਾ, ਔਰ ਬਟਾਲਵੀ ਸਾਹਿਬ ਇੱਕ ਨੈਚੁਰਲ ਕੁਦਰਤੀ ਤੌਰ 'ਤੇ ਪੋਇਟ ਸਨ। ਉਹਨਾਂ ਨੂੰ ਕਿਸੇ ਤੋਂ ਕੋਈ ਟ੍ਰੇਨਿੰਗ ਵੀ ਨਹੀਂ ਲਿੱਤੀ, ਨਾ ਹੀ ਉਹਨਾਂ ਨੂੰ ਕੋਈ ਇਹੋ ਜਿਹਾ ਕੋਈ ਟ੍ਰੈਜਡੀ ਉਹਨਾਂ ਦੀ ਲਾਈਫ ਦੇ ਵਿੱਚ। ਉਹਨਾਂ ਦੀ ਇੱਕ ਸਮੂਥ ਲਾਈਫ ਸੀਗੀ, ਲੇਕਿਨ ਪੋਇਟਰੀ ਨਾਲ ਉਹਨਾਂ ਨੂੰ ਜਨੂਨ ਦੀ ਹੱਦ ਤੱਕ ਪਿਆਰ ਸੀਗਾ। ਉਹ ਇੱਕ ਅੰਤਰਮੁਖੀ ਇਨਸਾਨ ਸੀ, ਘੱਟ ਬੋਲਣਾ ਤੇ ਜ਼ਿਆਦਾ ਸੋਚਣਾ। ਮੈਂ ਵੀ ਉਹਨਾਂ ਨੂੰ ਬਚਪਨ 'ਚ ਦੇਖਿਆ, ਤੇ ਉਹਨਾਂ ਨੂੰ ਕਿਸੇ ਸੋਚ 'ਚ ਹੀ ਦੇਖਿਆ। ਈਵਨ ਕਿ ਸਾਡੇ ਬਜ਼ੁਰਗ, ਸਾਡੇ ਮਦਰ, ਉਹਨਾਂ ਦੇ ਵੱਡੇ ਭਾਬੀ ਜੀ, ਉਹਨਾਂ ਨੇ ਵੀ ਕਹਿਣਾ ਸ਼ਿਵ ਤੁਸੀਂ ਸੋਚ 'ਚ ਹੀ ਰਹਿੰਦੇ ਹੋ, ਕਦੀ ਕਿਤੇ ਬੋਲਦੇ ਨਹੀਂ। ਤੇ ਉਹਨਾਂ ਨੇ ਹਲਕਾ ਮੁਸਕਰਾ ਦੇਣਾ, ਪਰ ਰਹਿਣਾ ਸੋਚ 'ਚ। ਔਰ ਉਹਨਾਂ ਦੀ ਪੋਇਟਰੀ ਉਹਨਾਂ ਦੀ ਇੱਕ ਆਤਮਿਕ ਸੋਚ ਦਾ ਨਤੀਜਾ ਸੀ, ਅੰਦਰੂਨੀ ਸੋਚ ਦਾ ਨਤੀਜਾ ਸੀ। ਇਹਦੇ 'ਚ ਕਿਸੇ ਚੀਜ਼ ਦਾ ਹੋਰ ਕੋਈ ਇਨਵੋਲਵਮੈਂਟ ਨਹੀਂ ਹੈਗੀ। ਇਹ ਬਾਕੀ ਟ੍ਰੈਜਡੀ ਹੈ। ਜੇ ਟ੍ਰੈਜਡੀਆਂ ਨਾਲ ਪੋਇਟ ਬਣਨ ਲੱਗੇ ਤੇ ਸਾਰੇ ਪੋਇਟ ਹੋ ਜਾਣ। ਜੀ ਜੀ, ਨਹੀਂ ਸੁਣਨ 'ਚ ਆਇਆ ਸੀਗਾ ਵੀ ਕੋਈ ਐਸੀ ਗੱਲ ਹੋਈ ਸੀਗੀ ਵੀ ਉਸ ਤੋਂ ਬਾਅਦ ਉਹ ਦਾਰੂ ਪੀਣਾ ਸ਼ੁਰੂ ਕਰਤੀ ਤੇ ਨਾਲ ਹੀ ਪੋਇਟਰੀ 'ਚ ਲਿਖਣੀ ਸ਼ੁਰੂ ਕਰਤੀ। ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਪੋਇਟਰੀ ਤੇ ਉਹਨਾਂ ਨੇ ਉਸ ਤੋਂ ਪਹਿਲਾਂ ਹੀ ਲਿਖਣੀ ਸ਼ੁਰੂ ਕਰ ਦਿੱਤੀ। ਜੇ ਲੋਕੀ ਕਹਿੰਦੇ ਆ ਕਿ ਇਹੋ ਜੀ ਗੱਲ ਸੀ, ਇਹੋ ਜੀ ਕੋਈ ਗੱਲ ਹੀ ਨਹੀਂ ਸੀ, ਕਿਉਂਕਿ 10ਵੀਂ ਕੀਤੀ ਆ ਉਹਨਾਂ ਨੇ। 10ਵੀਂ ਤੋਂ ਬਾਅਦ ਜਿੱਦਾਂ ਹੀ ਉਹਨਾਂ ਨੇ ਕਾਲਜ ਐਡਮਿਸ਼ਨ ਲਈ ਹੈ, ਤੇ ਉਹਨਾਂ ਨੇ ਥੋੜ੍ਹੀ ਪੋਇਟਰੀ ਲਿਖਣੀ ਸ਼ੁਰੂ ਕਰਤੀ। ਨਾਲੇ ਉਹਨਾਂ ਨੇ ਸਿਰਫ ਟ੍ਰੈਜਡੀ ਤੇ ਪੋਇਟਰੀ ਨਹੀਂ ਲਿਖੀ, ਉਹਨਾਂ ਦੀ ਰੋਮਾਂਟਿਕ ਵੀ ਲਿਖਿਆ, ਉਹਨਾਂ ਨੇ ਫੈਮਿਲੀ ਪਲਾਨਿੰਗ 'ਤੇ ਵੀ ਲਿਖਿਆ, ਉਹਨਾਂ ਨੇ ਹਰ ਚੀਜ਼ 'ਤੇ ਲਿਖਿਆ। ਔਰ ਇੱਕ ਪੋਇਟ ਇੱਕ ਸਬਜੈਕਟ 'ਤੇ ਲਿਖੇ ਤੇ ਫਿਰ ਤੇ ਇਹ ਗੱਲ ਕੀਤੀ ਜਿੱਥੇ ਉਹਨਾਂ ਨੇ ਸਾਰੇ ਸਬਜੈਕਟਸ ਦੇ ਉੱਤੇ ਪੋਇਟਰੀ ਲਿਖੀ। ਰੁੱਖਾਂ 'ਤੇ ਵੀ ਲਿਖਿਆ, ਤੁਹਾਨੂੰ ਪਤਾ ਹੀ ਹੈ। ਬਟਾਲਵੀ ਸਾਹਿਬ ਦੀ ਸੋਚ ਇੱਕ ਬਹੁਤ ਵਾਈਡ ਸੋਚ ਸੀ। ਉਹਨਾਂ ਦੀ ਪੋਇਟਰੀ ਮੈਂ ਬੜੀ ਵਾਰੀ ਕਹਿੰਦਾ, ਇੱਕ ਪਿਓਰ ਵਾਟਰ ਦੀ ਤਰ੍ਹਾਂ, ਉਹਦੇ 'ਚ ਜਿਹੜਾ ਕਲਰ ਮਿਕਸ ਕਰੋ ਤੁਹਾਨੂੰ ਉਸੇ ਤਰ੍ਹਾਂ ਦੀ ਨਜ਼ਰ ਆਏ। ਇਸੇ ਕਰਕੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਲੋਕ ਪਿਆਰ ਕਰਦੇ ਨੇ, ਉਹ ਅਜੇ ਤੱਕ ਵੀ, ਅੱਜ ਤੱਕ ਵੀ ਸ਼ਿਵ ਕੁਮਾਰ ਨੂੰ ਸੁਣਦੇ ਨੇ, ਬੜੇ ਧਿਆਨ ਨਾਲ ਸੁਣਦੇ। ਫਿਲਮਾਂ 'ਚ ਵੀ ਇਹਨਾਂ ਦੀਆਂ ਪੋਇਟਰੀਆਂ, ਗਾਣੇ ਆਏ ਗਏ ਨੇ, ਮਤਲਬ ਕਾਫੀ ਸਮੂਹ ਸੀਗੀ। ਇਹ ਤੁਸੀਂ ਕਿੰਨਾ ਕੁ ਜਾਣਦੇ ਹੋ, ਕਿੱਥਾ ਸੁਭਾਅ ਸੀ? ਕੋ ਤੁਸੀਂ ਤੇ ਨਾਲ ਰਹੇ ਹੋ ਛੋਟੇ ਹੁੰਦੇ ਇਹਨਾਂ ਨਾਲ, ਸੁਭਾਅ ਕਿਸ ਤਰ੍ਹਾਂ ਦਾ ਸੀ ਉਹਨਾਂ ਦਾ? ਜੀ ਅਸੀਂ ਸ਼ਿਵ ਬਟਾਲਵੀ ਜੀ ਨੂੰ ਹੰਡਾਇਆ ਵੀ ਹੈ ਬਚਪਨ 'ਚ, ਉਹਨਾਂ ਦੇ ਨਾਲ ਅਸੀਂ ਟਾਈਮ ਵੀ ਗੁਜ਼ਾਰਿਆ। ਜਦੋਂ ਮੇਰੀ ਹੋਸ਼ ਦੀ ਗੱਲ ਆ, ਉਦੋਂ ਹਲਕਾ ਬਿਮਾਰ ਰਹਿਣਾ ਸ਼ੁਰੂ ਹੋ ਗਏ ਸੀ, ਕਿਉਂਕਿ 72 ਤੋਂ ਬਾਅਦ ਜਦੋਂ ਆਏ ਨੇ ਇੰਗਲੈਂਡ ਤੋਂ, ਉਸ ਤੋਂ ਬਾਅਦ ਉਹ ਠੀਕ ਨਹੀਂ ਰਹੇ। ਅਤੇ ਪਹਿਲੇ ਤਾਂ ਚੰਡੀਗੜ੍ਹ ਆਏ ਨੇ ਉੱਥੇ, ਕਿਉਂਕਿ ਉਦੋਂ ਉੱਥੇ ਹੀ ਸੀਗੇ। ਉਸ ਤੋਂ ਬਾਅਦ ਫਿਰ ਉਹ ਘਰ ਆ ਗਏ ਨੇ। ਔਰ ਇੱਥੇ ਜਦੋਂ ਆਏ ਨੇ, ਸਾਡੇ ਬੱਚਿਆਂ ਨਾਲ ਉਹਨਾਂ ਦੀ ਬੜੀ ਅਟੈਚਮੈਂਟ ਸੀ। ਚਾਹੇ ਮੈਂ ਸੀਗਾ ਜਾਂ ਉਹਨਾਂ ਦਾ ਬੇਟਾ ਸੀ ਜਾਂ ਬੇਟੀ ਸੀ, ਉਹਨਾਂ ਨਾਲ ਕਾਫੀ ਅਟੈਚਮੈਂਟ ਸੀ। ਔਰ ਪਰਿਵਾਰਿਕ ਤੌਰ 'ਤੇ ਉਹਨਾਂ ਦੇ ਭਰਾਵਾਂ ਨਾਲ ਵੀ ਸੰਬੰਧ ਬਹੁਤ ਅੱਛੇ ਸੀ। ਆਪਣੇ ਮਦਰ ਫਾਦਰ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਸੀਗਾ। ਔਰ ਉਹ ਇੱਕ ਅੱਛੇ ਇਨਸਾਨ ਪਰਿਵਾਰਿਕ ਤੌਰ 'ਤੇ ਵੀ ਅਤੇ ਸਮਾਜਿਕ ਤੌਰ 'ਤੇ ਵੀ ਸੀਗੇ। ਦਿਲ ਦੇ ਉਹ ਅਮੀਰ ਸੀ। ਔਰ ਉਹਨਾਂ ਦੇ ਜੇ ਤੁਸੀਂ ਲਾਈਫ ਬਾਰੇ ਗੱਲ ਕਰੋ, ਉਹ ਬੜੀ ਸਿੰਪਲ ਸੀਗੇ, ਬਹੁਤ ਸਿੰਪਲ ਸੋਬਰ ਆਦਮੀ ਸੀਗੇ, ਔਰ ਪਰਿਵਾਰ ਨਾਲ ਦਿਲੋਂ ਪਿਆਰ ਕਰਨ ਵਾਲੇ ਸੀਗੇ।
ਅੱਜ ਦੇਖਿਆ ਸੀ ਉਹਨਾਂ ਦਾ ਇੱਕ ਨਾ ਸਟੂਲ ਜਿਹਾ ਦੇਖਿਆ ਸੀ ਉਹਨਾਂ ਦੀ ਯਾਦ ਵਿੱਚ ਰੱਖਿਆ ਤੁਸੀਂ ਸੰਭਾਲ ਕੇ, ਇਹੋ ਜਿਹੀ ਉਹਨਾਂ ਦੀ ਹੋਰ ਵੀ ਯਾਦ ਵਿੱਚ ਰੱਖਿਆ ਕੋਈ ਸਮਾਨ? ਉਹਨਾਂ ਦੇ ਹੋਰ ਵੀ ਸਮਾਨ ਹੈਗੇ ਨੇ। ਅੱਜ ਅਸਲ 'ਚ ਥੋੜਾ ਜਲਦੀ 'ਚ ਪ੍ਰੋਗਰਾਮ ਬਣਿਆ। ਇੱਕ ਉਹ ਪੌਟ ਆ ਸਾਹਮਣੇ ਪਿਆ ਹੋਇਆ, ਜੇ ਤੁਸੀਂ ਦੇਖੋ, ਇਹ ਵੀ ਬਟਾਲਵੀ ਸਾਹਿਬ ਨੇ ਲਿਆਂਦਾ ਹੋਇਆ। ਫਿਰ ਛੋਟੀਆਂ ਹੋਰ ਵੀ ਚੀਜ਼ਾਂ ਨੇ ਇੱਥੇ, ਮੈਂ ਤੁਹਾਨੂੰ ਖੈਰ ਅੱਜ ਮੈਂ ਬਾਹਰ ਨਹੀਂ ਉਹ ਡਿਸਪਲੇ ਕੀਤੀਆਂ, ਲੇਕਿਨ ਨੈਕਸਟ ਟਾਈਮ ਤੁਸੀਂ ਆਓਗੇ ਤੇ ਉਹ ਪਹਿਲਾਂ ਹੀ ਮੈਂ ਸਾਰਾ ਅਰੇਂਜਮੈਂਟ ਰੱਖਾਂਗਾ ਔਰ ਤੁਹਾਨੂੰ ਉਹ ਚੀਜ਼ਾਂ ਬਾਰੇ ਦਿਖਾਵਾਂਗੇ। ਬਾਕੀ ਉਹਨਾਂ ਦੇ ਉਸ ਟੇਬਲ ਤੇ ਪੋਇਟਰੀ ਲਿਖੀ ਹੈ, ਸਭ ਤੋਂ ਇੰਪੋਰਟੈਂਟ ਤੇ ਉਹੀ ਹੈ, ਕਿਉਂਕਿ ਆਪਣੀ ਉਹਨਾਂ ਨੇ ਕਾਫੀ ਟਾਈਮ ਜਿਹੜੀ ਜਿੰਨੀ ਸ਼ਾਇਰੀ ਕੀਤੀ ਹੈ ਇਸ ਘਰ ਦੇ ਵਿੱਚ, ਉਸ ਟੇਬਲ ਦੇ ਉੱਤੇ ਹੀ ਕੀਤੀ ਹੈ। ਪ੍ਰਸ਼ਾਸਨ ਵੱਲੋਂ ਕੋਈ ਵੀ ਸੁਨੇਹਾ ਜਾਂ ਕੋਈ ਫੋਨ ਵਗੈਰਾ ਆਇਆ ਹੋਏ ਉਹਨਾਂ ਨੂੰ ਯਾਦ ਕੀਤਾ ਹੋਏ, ਅੱਜ ਆਇਆ ਕੋਈ? ਜੀ ਬਿਲਕੁਲ ਨਹੀਂ ਆਇਆ। ਉਹਨਾਂ ਨੂੰ ਸ਼ਾਇਦ ਇਹ ਪਤਾ ਵੀ ਨਹੀਂ ਆ ਕਿ ਅੱਜ ਬਟਾਲਵੀ ਸਾਹਿਬ ਦਾ ਜਨਮ ਦਿਹਾੜਾ। ਔਰ ਠੀਕ ਹੈ, ਅਸੀਂ ਖੈਰ ਇਸ ਬਾਰੇ ਕਦੀ ਸੋਚਿਆ ਵੀ ਨਹੀਂ ਹੈ, ਲੇਕਿਨ ਇੰਨਾ ਜ਼ਰੂਰ ਹੈ ਕਿ ਅਸੀਂ ਜਦੋਂ ਦੀ ਹੋਸ਼ ਸੰਭਾਲੀ ਅਸੀਂ ਬਟਾਲਵੀ ਸਾਹਿਬ ਦੇ ਜਨਮ ਦਿਹਾੜਾ ਇਹ ਚਾਹੇ ਬਰਸੀ ਹੋਏ, ਚਾਹੇ ਸਾਨੂੰ ਕੋਈ ਇਨਵਾਈਟ ਕਰੇ ਨਾ ਕਰੇ, ਅਸੀਂ ਘਰ 'ਚ ਜ਼ਰੂਰ ਆਪਣੇ ਮੈਂਬਰਸ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ। ਔਰ ਅੱਜ ਵੀ ਸਵੇਰੇ ਦਿੱਤੀ ਸੀਗੀ, ਲੇਕਿਨ ਅਸੀਂ ਨਿੱਜੀ ਤੌਰ ਤੇ ਦਿੱਤੀ ਸੀ। ਉਸ ਤੋਂ ਬਾਅਦ ਆਪਣੇ ਤੁਸੀਂ ਮੀਡੀਆ ਵੀਰਾਂ ਨੇ ਥੋੜ੍ਹਾ ਸਾਨੂੰ ਕੰਟੈਕਟ ਕੀਤਾ। ਅੱਜ ਕੱਲ੍ਹ ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਦੀ ਯੂਥ ਨੂੰ? ਦੇਖੋ ਜੀ, ਅੱਜ ਕੱਲ੍ਹ ਦੀ ਯੂਥ ਜਿਹੜੀ ਹੈ ਉਹ ਬੜੇ ਦੁੱਖ ਔਰ ਅਫਸੋਸ ਦੀ ਗੱਲ ਹੈ ਕਿ ਜ਼ਿਆਦਾਤਰ ਯੂਥ ਜਿਹੜਾ ਸਾਡਾ ਨਸ਼ੇ 'ਚ ਫਸ ਚੁੱਕਾ ਹੋਇਆ ਔਰ ਜਾਂ ਉਹ ਬਾਹਰ ਦਾ ਰੁਖ ਕਰ ਰਿਹਾ। ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਪੰਜਾਬ ਦੇ ਨਾਲ ਆਪਣੀ ਕਲਚਰ ਦੇ ਨਾਲ ਜੋੜਿਆ ਜਾਵੇ, ਕਿਉਂਕਿ ਅਕਸਰ ਦੇਖਿਆ ਗਿਆ, ਮੈਂ ਬੜੀ ਵਾਰ ਹਮੇਸ਼ਾ ਹਰ ਚੈਨਲ ਤੇ ਇਹੀ ਕਿਹਾ ਕਿ ਜਿਹੜੀ ਕੌਮ ਆਪਣੇ ਪੀਰਾਂ ਫਕੀਰਾਂ ਪੈਗੰਬਰਾਂ ਨੂੰ ਜਾਂ ਸ਼ਾਇਰਾਂ ਨੂੰ ਜਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ, ਉਹ ਕੌਮਾਂ ਖਤਮ ਹੋ ਜਾਂਦੀਆਂ। ਉਹ ਸਟੇਜ ਆਉਣ ਤੋਂ ਪਹਿਲੇ ਪੰਜਾਬ ਦੇ ਯੂਥ ਨੂੰ ਸੰਭਾਲਣ ਦੀ ਜ਼ਰੂਰਤ ਹੈ, ਉਹਨੂੰ ਉਹਦੀ ਆਪਣੀ ਵਿਰਾਸਤ ਨਾਲ ਜੋੜਨ ਦੀ ਜ਼ਰੂਰਤ ਹੈ। ਜੀ ਬਿਲਕੁਲ, ਇਹ ਸਨ ਜੀ ਸ਼ਿਵ ਕੁਮਾਰ ਬਟਾਲਵੀ ਦੇ ਭਤੀਜਾ ਜੀ ਰਾਜੀਵ ਬਟਾਲਵੀ ਜੀ। ਸੋ ਗੱਲਬਾਤ ਕੀਤੀ, ਬੜੀ ਪਿਆਰੀ ਲੱਗੀ, ਉਹਨਾਂ ਦੇ ਜੀਵਨ ਬਾਰੇ ਜਾਣਨਾ ਪਿਆ। ਸਾਡੇ ਨਾਲ ਹੋਰ ਵੀ ਇੱਥੇ ਸਮਾਜ ਸੇਵੀ ਮੌਜੂਦ ਨੇ, ਗੱਲ ਕਰਾਂਗੇ ਉਹਨਾਂ ਨਾਲ ਸ਼ਿਵ ਕੁਮਾਰ ਬਾਰੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੰਦੀਪ ਸਲੋਤਰਾ, ਸ਼ਿਵ ਕੁਮਾਰ ਬਟਾਲਵੀ ਸਾਹਿਤਕ ਖੋਜ ਕੇਂਦਰ ਦਾ ਮੈਂ ਅਧਿਅਕਸ਼ ਹਾਂ, ਪ੍ਰਧਾਨ ਹਾਂ। ਇਹ ਦੱਸੋ ਵੀ ਸਾਡੇ ਦਰਸ਼ਕਾਂ ਨੂੰ ਵੀ ਇਹ ਸਾਹਿਤ ਖੋਜ ਕੇਂਦਰ ਬਣਾਉਣ ਦੀ ਕਿਉਂ ਲੋੜ ਪਈ? ਕਿਉਂਕਿ ਪਹਿਲਾਂ ਵੀ ਕਈ ਸੁਸਾਇਟੀਆਂ ਆ ਚੁੱਕੀਆਂ ਨੇ, ਬਣੀਆਂ ਨੇ, ਲੇਕਿਨ ਫਿਰ ਚਲੇ ਗਈਆਂ ਨੇ। ਬਿਲਕੁਲ ਠੀਕ ਹੈ, ਬੜੀਆਂ ਸੁਸਾਇਟੀਆਂ ਸ਼ਿਵ ਕੁਮਾਰ ਬਟਾਲਵੀ ਦੇ ਨਾਂ 'ਤੇ ਬਣੀਆਂ, ਪਰ ਇਹ ਜਿਹੜੀ ਸ਼ਿਵ ਕੁਮਾਰ ਬਟਾਲਵੀ ਸਾਹਿਤਕ ਖੋਜ ਕੇਂਦਰ ਬਣਿਆ, ਇਹਦੀ ਵਿਸ਼ੇਸ਼ਤਾ ਹੈ ਕਿ ਇਹ ਪਰਿਵਾਰ ਦੇ ਹੀ ਉਹਨਾਂ ਦੇ ਜਿਹੜੇ ਜੀ ਨੇ ਉਹਨਾਂ ਦੀ ਦੇਖ ਰੇਖ ਵਿੱਚ ਬਣਿਆ। ਸ਼੍ਰੀ ਰਾਜੀਵ ਬਟਾਲਵੀ ਜੀ ਉਹਨਾਂ ਦੇ ਭਤੀਜਾ ਜੀ ਨੇ, ਇਸ ਸਾਹਿਤ ਕੇਂਦਰ ਦੇ ਉਹ ਸਰਪ੍ਰਸਤ ਨੇ। ਉਹਨਾਂ ਦੀ ਜਿਹੜੀ ਨੂੰਹ ਰਾਣੀ ਹੈ ਸੀਮਾ ਬਟਾਲਵੀ ਜੀ, ਉਹ ਜਨਰਲ ਸੈਕਟਰੀ ਹੈ। ਮੈਂ ਸਮਝਦਾ ਕਿ ਜਿਹੜੀਆਂ ਸੰਸਥਾਵਾਂ ਪਹਿਲਾਂ ਬਣੀਆਂ ਸੀ, ਤੁਹਾਨੂੰ ਜੇ ਪਰਿਵਾਰਕ ਮੈਂਬਰ ਜੇ ਕਿਸੇ ਸੰਸਥਾ 'ਚ ਹੁੰਦੇ ਆ ਤਾਂ ਉਹਨਾਂ ਨੂੰ ਜਿਹੜਾ ਲਗਾਵ ਹੁੰਦਾ ਉਹ ਦੂਜੇ ਵਿਅਕਤੀ ਨੂੰ ਨਹੀਂ ਹੋ ਸਕਦਾ। ਇਸ ਕਰਕੇ ਸਾਡਾ ਮਨੋਰਥ ਵੀ ਇਹੀ ਹੈ ਕਿ ਇਹ ਜਿਹੜੀ ਸੰਸਥਾ ਲੰਮਾ ਚਿਰ ਚੱਲੇ ਔਰ ਚੱਲਦੀ ਰਹੇ। ਇਹਨਾਂ ਦੇ ਪਰਿਵਾਰ ਦੇ ਜੀਅ ਵਿੱਚ ਹੋਣਗੇ ਤੇ ਜ਼ਿਆਦਾ ਸਨੇਹ ਕਰਨਗੇ, ਜ਼ਿਆਦਾ ਸਿੱਧਤ ਨਾਲ, ਜ਼ਿਆਦਾ ਦਿਲੋਂ ਕੰਮ ਕਰਨਗੇ। ਇਸ ਕਰਕੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਇਹ ਸੰਸਥਾ ਦਾ ਜਿਹੜਾ ਉਹ ਨਿਰਮਾਣ ਕੀਤਾ। ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਸ਼ਿਵ ਕੁਮਾਰ ਬਟਾਲਵੀ ਨੂੰ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੱਲੋਂ ਵੀ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ, ਜਾਂ ਜਨਮ ਦਿਨ ਮਨਾਉਂਦਾ, ਜਨਮ ਦਿਨ ਸੀਗਾ ਸ਼ਿਵ ਜੀ ਦਾ ਤੇ ਮਨਾਇਆ ਨਹੀਂ ਗਿਆ? ਹੁਣ ਤੁਸੀਂ ਸ਼ਿਵ ਕੁਮਾਰ ਬਟਾਲਵੀ ਦੇ ਪਰਿਵਾਰ ਦੇ ਵਿੱਚ ਆਏ ਹੋ, ਇਹ ਤੋਂ ਕੁਝ ਚਿਰ ਬਾਅਦ ਹੀ ਤੁਸੀਂ ਮੀਡੀਆ ਦੇ ਵਿੱਚ ਆਪਣੀਆਂ ਪੋਸਟਾਂ ਜਾਂ ਕੁਝ ਜਿਹੜੇ ਕਲਿੱਪ ਲਏ ਨੇ ਇਹਨਾਂ ਨੂੰ ਹਾਈਲਾਈਟ ਕਰਨਾ ਹੈ। ਜਿਹੜੇ ਸੋ ਕਾਲਡ ਆਪਣੇ ਆਪ ਨੂੰ ਸਾਹਿਤ ਨੂੰ ਪਿਆਰ ਕਰਨ ਵਾਲੇ, ਜਿਨ੍ਹਾਂ ਨੇ ਕੇਵਲ ਮਾਤਰ ਸ਼ਿਵ ਕੁਮਾਰ ਬਟਾਲਵੀ ਨੂੰ ਹਮੇਸ਼ਾ ਹੀ ਆਪਣੇ ਨਾਂ ਦੇ ਲਈ ਜਾਂ ਆਪਣੀ ਮਸ਼ਹੂਰੀ ਕਰਾਉਣ ਦੇ ਲਈ ਵਰਤਿਆ, ਉਹ ਸ਼ਾਮਾਂ ਤੱਕ ਜ਼ਰੂਰ ਇਹ ਸਾਰੀਆਂ ਜਿਹੜੇ ਸ਼ਰਧਾਂਜਲੀ ਸਮਾਰੋਹ ਜਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਭੇਟ ਕਰਨੇ ਜਾਂ ਉਹਨਾਂ ਨੂੰ ਯਾਦ ਕਰਨਾ, ਉਹ ਮੇਰੇ ਹਿਸਾਬ ਨਾਲ ਜ਼ਰੂਰ ਕਰ ਦੇਣਗੇ। ਉਹ ਇਸੇ ਚੀਜ਼ ਨੂੰ ਉਡੀਕਦੇ ਆ ਕਿ ਉਹਨਾਂ ਨੂੰ ਕੋਈ ਜਗਾ ਤੁਸੀਂ ਦਿੱਤਾ। ਸ਼ਾਮਾਂ ਤੱਕ ਦੇਖਿਓ ਕਿ ਕਿੰਨੇ ਜ਼ਿਆਦਾ ਸ਼ਿਵ ਦੇ ਪ੍ਰੇਮੀ ਜਿਹੜੇ ਆ ਉਹ ਅੱਗੇ ਵਾਂਗੂ ਉਹ ਘਰਾਂ 'ਚੋਂ ਬਾਹਰ ਨਿਕਲ ਆਉਣਗੇ। ਹੁਣ ਵੀ ਕਾਲ ਵੀ ਆਉਣੇ ਸ਼ੁਰੂ ਹੋ ਜਾਣਗੇ ਤੇ ਨਾਲ ਫੋਟੋਆਂ ਵੀ ਪੋਸਟਾਂ ਵੀ ਪੈਣੀਆਂ ਸ਼ੁਰੂ ਹੋ ਜਾਣਗੀਆਂ। ਬਿਲਕੁਲ ਠੀਕ ਹੈ ਜੋ ਮੈਂ ਕਹਿ ਰਿਹਾ। ਪਿਛਲੀ ਵਾਰੀ ਆਪਾਂ ਨੇ ਜਦੋਂ ਸ਼ਿਵ ਕੁਮਾਰ ਬਟਾਲਵੀ ਸਾਹਿਤਕ ਖੋਜ ਕੇਂਦਰ ਬਣਾਇਆ ਤੇ ਆਪਾਂ ਨੇ ਕੋਸ਼ਿਸ਼ ਕੀਤੀ ਕਿ ਸਾਨੂੰ ਜਿਹੜਾ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ 'ਚ ਪ੍ਰੋਗਰਾਮ ਜਿਹੜਾ ਉਹਦਾ ਉਹ ਮਿਲ ਜੇ, ਪਰ ਕੁਝ ਸਰਕਾਰੀ ਜਿਹੜੇ ਉਹ ਵਿਅਕਤੀ ਸਨ, ਉਹਨਾਂ ਦੇ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਤਾਂ ਪਹਿਲਾਂ ਹੀ 15 ਦਿਨ ਪਹਿਲਾਂ ਹੀ ਬੁੱਕ ਕਰਾ ਦਿੱਤਾ ਤੇ ਸਾਡੀ ਵਾਰੀ ਕਿੱਥੋਂ ਆਉਣੀ ਹੈ। ਤੇ ਫਿਰ ਜਿਹੜਾ ਪਰਿਵਾਰ ਦੇ ਵੱਲੋਂ ਜਿਹੜੀ ਬਣਾਈ ਗਈ ਸ਼ਿਵ ਕੁਮਾਰ ਬਟਾਲਵੀ ਸਾਹਿਤਕ ਖੋਜ ਕੇਂਦਰ ਹੈ, ਇਹਦਾ ਪ੍ਰੋਗਰਾਮ ਅਸੀਂ SL ਬਾਬਾ DAV ਕਾਲਜ ਕੀਤਾ
ਜਦੋਂ ਸ਼ਾਮ ਨੂੰ ਉੱਥੇ ਪ੍ਰੋਗਰਾਮ ਹੁੰਦਾ ਹੈ ਤੇ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੀ ਇਹ ਘਰ ਵਾਲਿਆਂ ਨੇ ਬਣਾ ਲਿਆ, ਕਿਉਂ ਬਣਾਇਆ, ਫਲਾਣੇ ਬੰਦੇ ਨੂੰ ਇਦਾਂ ਕਰਨਗੇ ਉੱਦਾਂ ਕਰਨਗੇ। ਤਾਂ ਅਸੀਂ ਸੋਚਿਆ ਇਸ ਵਾਰੀ ਅਸੀਂ ਘਰ ਦੇ ਵਿੱਚ ਹੀ ਕਰ ਲਾਂਗੇ, ਇਹਨਾਂ ਨੂੰ ਮੌਕਾ ਜਿਹੜਾ ਅੱਗੇ ਵਾਂਗੂ ਵੱਡਾ ਦੇ ਦਿੱਤਾ ਜਾਏ ਕਿ ਜਿੰਨਾ ਵੱਡਾ ਪ੍ਰੋਗਰਾਮ ਕਰਨਾ ਚਾਹੁੰਦੇ ਆ ਜਨਮ ਦਿਹਾੜੇ 'ਤੇ ਕਰ ਲੈਣ। ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅੱਜ ਸ਼ਿਵ ਕੁਮਾਰ ਬਟਾਲਵੀ ਉਹਨਾਂ ਦਾ ਜਨਮ ਦਿਹਾੜਾ ਹੈ। ਤੇ ਅੱਜ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਵੱਲੋਂ ਜਾਂ ਕਿਸੇ ਹੋਰ ਸਾਹਿਤਕ ਪ੍ਰੇਮੀ ਦੇ ਵੱਲੋਂ ਘਰ ਆ ਕੇ ਜਾਂ ਇਹਨਾਂ ਨੂੰ ਮਿਲਿਆ ਜਾਂ ਕੋਈ ਫੋਨ ਕੀਤਾ, ਉਹ ਇਦਾਂ ਨਹੀਂ ਹੋਇਆ। ਇਹ ਅਫਸੋਸ ਦੀ ਗੱਲ ਹੈ। ਕੀ ਮੈਸੇਜ ਦੇਣਾ ਚਾਹੋਗੇ ਕੀ ਚ ਆਪਣੇ ਬਟਾਲਾ ਵਾਸੀਆਂ ਨੂੰ, ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ ਬਸ ਬੇਨਤੀ ਕਰਾਂਗੇ, ਇੱਕ ਜਿਹੜੀ ਗੱਲ ਬਾਰ-ਬਾਰ ਆਉਂਦੀ ਹੈ ਕਿ ਜਿਹੜਾ ਉਥੋਂ ਦਾ ਖਰਚਾ ਹੈ, ਕੋਈ ਵੀ ਸਾਹਿਤਕ ਸੁਸਾਇਟੀ ਹੈ ਜਾਂ ਸਮਾਜਿਕ ਸੰਗਠਨ ਹੈ, ਉਹਨੂੰ ਬਿਲਕੁਲ ਨੋਮੀਨਲ ਚਾਰਜਸ ਹੋਣੇ ਚਾਹੀਦੇ ਹੈ। ਮੈਂ ਵੀ 2 ਵਾਰੀ ਬੁੱਕ ਕਰਾਇਆ 5100 ਰੁਪਏ ਦੇ ਕੇ ਉਸ 'ਤੇ ਕਾਰਜਕ੍ਰਮ ਕੀਤੇ ਨੇ, ਪਰ 5100 ਕਾਫੀ ਜ਼ਿਆਦਾ ਹੈ। ਇਹਦਾ ਖਰਚਾ ਕੁਝ ਸਰਕਾਰ ਦਾ ਜਿਹੜਾ ਸਾਡਾ ਇਹ ਅਦਾਰਾ ਹੁੰਦਾ ਹੈ, ਭਾਸ਼ਾ ਵਿਭਾਗ ਜਾਂ ਦੂਜਾ, ਉਹਨਾਂ ਦੇ ਵੱਲੋਂ ਇਹਨਾਂ ਨੂੰ ਕੋਈ ਗ੍ਰਾਂਟ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਚਲਾਉਣ ਦੇ ਲਈ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। ਲੋਕਾਂ ਦੇ ਉੱਤੇ ਜਾਣਾ ਸਾਹਿਤਕ ਜਿਹੜੇ ਪ੍ਰੋਗਰਾਮ ਕਰਨ ਵਾਲੇ ਲੋਕ ਨੇ ਉਹ ਅੱਗੇ ਹੀ ਆਪਣੀ ਜੇਬ ਦੇ ਵਿੱਚੋਂ ਸਾਰਾ ਕੁਝ ਕਰਦੇ ਨੇ, ਕੋਈ ਉਹਨਾਂ ਨੂੰ ਪ੍ਰਾਪਤੀ ਤਾਂ ਹੁੰਦੀ ਨਹੀਂ, ਉਹਨਾਂ ਦਾ ਸਨੇਹ ਹੁੰਦਾ, ਪਿਆਰ ਹੁੰਦਾ। ਮੈਂ ਸਮਝਦਾ ਕਿ ਇਹ ਜਿਹੜਾ ਆਰਥਿਕ ਬੋਝ ਹੈ ਇਹ ਘੱਟ ਕੀਤਾ ਜਾਣਾ ਚਾਹੀਦਾ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਿਹੜੇ ਲੋਕ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਸ਼ਿਵ ਹੋਣਾ ਦੇ, ਉਹਨਾਂ ਨੇ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਸਰਕਾਰੀ ਸੁਸਾਇਟੀ ਜਾਂ ਸਭਾ ਬਣਦੀ ਹੈ ਉਹਦੇ ਵਿੱਚ ਜ਼ਰੂਰ ਇਨਵੋਲਵ ਕਰਨ। ਅਤੇ ਸ਼ਹਿਰ ਦੇ ਜਿਹੜੇ ਬਟਾਲੇ ਦੇ ਵਸਨੀਕ ਨੇ ਉਹਨਾਂ ਨੂੰ ਜਿਹੜੇ ਸ਼ਿਵ ਕੁਮਾਰ ਬਟਾਲਵੀ ਦੇ ਪਰਿਵਾਰ ਨਾਲ ਮੋਹ ਕਰਦੇ ਨੇ, ਪਿਆਰ ਕਰਦੇ ਨੇ, ਉਹਨਾਂ ਦੇ ਮੁਹੱਲੇ ਵਾਲੇ, ਇਲਾਕੇ ਵਾਲੇ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਨੁਮਾਇੰਦਗੀ ਹੈ ਸਰਕਾਰੀ ਸੰਸਥਾਵਾਂ 'ਚ ਦਿੱਤੀ ਜਾਣੀ ਚਾਹੀਦੀ। ਜੀ ਬਿਲਕੁਲ, ਇਹ ਸਨ ਸਾਡੇ ਨਾਲ ਸ਼ਿਵ ਕੁਮਾਰ ਬਟਾਲਵੀ ਜੀ ਦੇ ਭਤੀਜੇ ਜੀ ਰਜੀਵ ਬਟਾਲਵੀ ਜੀ। ਸੋ ਇਹਨਾਂ ਵੱਲੋਂ ਆਪਣੇ ਪਰਿਵਾਰ 'ਚ ਬਹਿ ਕੇ ਉਹਨਾਂ ਨੂੰ ਫੁੱਲ ਭੇਟ ਕੀਤੇ ਗਿਆ ਜੋ ਉਹਨਾਂ ਦਾ ਜਨਮਦਿਨ ਸੀਗਾ। ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਵੀ ਉਹ ਵੀ ਇਹਨਾਂ ਸ਼ਹੀਦਾਂ ਨੂੰ ਜਾਂ ਜਿਹੜੇ ਕਵੀ ਹੋਏ ਨੇ, ਸਾਡੇ ਮਹਾਨ ਕਵੀ ਹੋਏ ਨੇ, ਉਹਨਾਂ ਨੂੰ ਯਾਦ ਕਰਨਾ ਚਾਹੀਦਾ, ਉਹਨਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਜੋ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨਾਂ ਨੂੰ ਵੇਖ ਸਕੇ, ਕੁਝ ਸਿੱਖ ਸਕੇ। ਸੋ ਕੈਮਰਾ ਪਰਸਨ ਜਿੰਦਰ ਕੁੰਡੇ ਨਾਲ ਜਸਵਿੰਦਰ ਬੇਦੀ, D5 ਪੰਜਾਬੀ ਚੈਨਲ, ਗੁਰਦਾਸਪੁਰ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।